Good evening. Myself Shreya, Tarushi. and we are the students of class 12th from DAV Public School Bathinda. And today we are here to take interview of Mr. Sukhdev, who is the owner of Serve Education. He has been teaching to the students of class 11th and 12th from past 10 years in the field of accountancy and economics. He also deals in dairy farming, and he also deals and teaches stock market to the students from the age group of 16 to 40. So today we are here to take his interview on the topic generation gap. Good evening, Ajay. How are you? Fine, Raju. So let's start the interview. So मेरा पहला क्वेश्चन है कि आपके लिए जनरेशन गैप का क्या मतलब है? ਮੇਰੇ ਲਈ ਰਾਜੇ ਜੋ ਜਨਰੇਸ਼ਨ ਗੈਪ ਹੈਗੀ ਐਕਚੁਅਲ 'ਚ ਕਿਸੇ ਪਰਸਨ ਦੀ ਐਕਸੈਪਟੈਂਸ ਪਾਵਰ ਉਹ ਕਿੰਨੀ ਕੁ ਹੈਗੀ ਆ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਦੀ ਹੈ ਜਾਂ ਉਸ ਚੀਜ਼ ਨੂੰ ਰੀਪ੍ਰੈਜ਼ੈਂਟ ਕਰਦੀ ਹੈ ਐਕਚੁਅਲ 'ਚ। ਇਹਨੂੰ ਮੈਂ ਸੌਖੇ ਸ਼ਬਦਾਂ 'ਚ ਐਂ ਕਹਿ ਸਕਦਾ ਹਾਂ ਕਿ ਤੁਸੀਂ ਨਵੀਂ ਜਨਰੇਸ਼ਨ ਦੇ ਨਾਲ ਆਪਦੇ ਆਪ ਨੂੰ ਕਿੰਨਾ ਕੁ ਫੈਮਿਲਰ ਕਰ ਲੈਂਦੇ, ਕਿਉਂਕਿ ਐਂਡ ਆਫ ਦ ਡੇ ਚੇਂਜ ਤਾਂ ਹਰ ਬੰਦਾ ਹੋਇਆ ਨਾ। अगर मेरे दादा जी हो मेरे डैडी नहीं है, जो मेरे डैडी है तो मैं नहीं है। जनरेशन गैप तो आऊगा ना जो पेड़ा ने भी रंग बदल ले, तब आप बंदे हैं तो रंग तो बदलांगे, तो जो रंग बदले जाएंगे वो की होगा। जोड़ा उम्र च बड़ा गा उन्होंने एक्सैप्टेंस चाहिए है कि समाज परिवर्तन आऊगा, समाज परिवर्तन किसी भी तौर पर आए वो आऊगा। चंगा बुरा ये डिसाइड नहीं, पर परिवर्तन कदे आए नहीं होता चंगा या माड़ा, उन्हें उदा आना तय है। ਆਪਾਂ ਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਕਿ ਆਪਾਂ ਉਸਨੂੰ ਰੋਕ ਕਿਵੇਂ ਸਕਦੇ ਹਾਂ। ਜਨਰੇਸ਼ਨ ਗੈਪ ਹਮੇਸ਼ਾ ਆਊਗਾ ਤੇ ਉਹ ਹਮੇਸ਼ਾ ਆਉਂਦਾ ਰਹੂਗਾ। ਤੁਸੀਂ ਨਾ ਤਾਂ ਉਹਨੂੰ ਕਦੇ ਖਤਮ ਕਰ ਸਕਦੇ ਹੋ, ਕਿਉਂਕਿ ਜੋ ਮੈਂ ਸਿੱਖਿਆ ਉਹ ਮੈਂ ਆਪਦੇ ਜਵਾਕਾਂ ਨੂੰ ਵਿਦਿਨ 10 ਸੈਕਿੰਡਸ ਡਿਲੀਵਰ ਕਰ ਦੂੰਗਾ। ਇਸ ਗੱਲ ਨੂੰ ਸਮਝੋ ਨਾ। ਮੰਨ ਲਓ ਕਿ ਮੈਂ ਕੋਈ ਕਨਸੈਪਟ ਕ੍ਰੀਏਟ ਕੀਤਾ 10 ਸਾਲਾਂ 'ਚ ਨੌਲੇਜ, ਮੈਨੂੰ 10 ਸਾਲ ਲੱਗੇ ਨਾ, ਬਟ ਹੁਣ ਮੈਂ ਬੱਚਿਆਂ ਨੂੰ ਪੜ੍ਹਾ ਰਿਹਾਗਾ, ਮੈਨੂੰ ਕਿੰਨੇ ਮਿੰਟ ਲੱਗਣਗੇ? 1 ਸਾਲ ਜਿਸ ਨੂੰ ਮੈਂ ਟੀਚ ਕਰਨਾ ਤਾਂ ਮੈਂ 1 ਸਾਲ ਜਾਂ ਪਿਛਲੇ 10 ਸਾਲ ਦਾ ਐਕਸਪੀਰੀਅੰਸ ਉਹਨਾਂ ਸ਼ੇਅਰ ਕਰ ਦੂੰਗਾ ਇਨ ਦਾ ਟਰਮਸ ਆਫ ਨੌਲੇਜ। ਇਜ਼ ਇਟ ਕਲੀਅਰ? ਤੇ ਰਾਜੇ ਜਦੋਂ ਇਹ ਚੀਜ਼ ਮੈਂ ਡਿਲੀਵਰ ਕਰਤੀ ਤਾਂ ਤੁਹਾਡਾ ਉਹ ਬੇਸਿਕ ਹੋ ਗਿਆ ਨਾ, ਤਾਂ ਇਹਦਾ ਮਤਲਬ ਤੁਸੀਂ ਇਹਦੋਂ ਅੱਗੇ ਜਾਓਗੇ ਨਾ, ਫਿਰ ਉਹ ਗੈਪ ਤਾਂ ਆਊਗਾ ਨਾ। ਤੁਸੀਂ ਸਾਡੇ ਨਾਲੋਂ ਵੱਧ ਵਧੀਆ ਸੋਚੋਗੇ, ਕਿਉਂਕਿ ਤੁਹਾਡੇ ਕੋਲ ਸਾਡਾ 10 ਸਾਲ ਦਾ ਆਲਰੇਡੀ ਆ ਗਿਆ। ਹੁਣ ਜੇ ਤੁਸੀਂ ਉਹਦੇ 'ਚ ਕੁਝ ਵੀ ਐਡ ਆਨ ਕਰੋਗੇ ਤਾਂ ਨੋ ਡਾਊਟ ਸਾਥੋਂ ਅੱਗੇ ਨਿਕਲੋਗੇ, ਤੇ ਅੱਗੇ ਨਿਕਲੋਗੇ ਉਹ ਅਸੀਂ ਸੋਚਿਆ ਨਹੀਂ ਹੋਇਆ, ਤੁਸੀਂ ਉਹਦੇ ਉੱਤੇ ਕੰਮ ਕਰੋਗੇ ਤਾਂ ਫਿਰ ਉਹ ਗੈਪ ਤਾਂ ਕ੍ਰੀਏਟ ਹੋਊਗੀ, ਨੋ ਡਾਊਟ। ਉਹੀ ਹੈ ਕਿ ਅਗਰ ਮੇਰੇ 'ਚ ਈਗੋ ਨਹੀਂ ਹੋਊਗੀ ਤਾਂ ਮੈਂ ਤੁਹਾਡੇ ਉਸ ਗੈਪ ਦੀ ਰਿਸਪੈਕਟ ਕਰੂੰਗਾ ਕਿ ਨਹੀਂ। ਅਗਰ ਇਗੋਇਸਟਿਕ ਹੋ ਗਏ ਤਾਂ ਉਹਦੇ ਲੜਾਈ ਹੋਊਗਾ। ਬਸ ਗੈਪ ਇੰਨਾ ਕਿ जनरेशन गैप ਹੋਰ ਚ है ही कुछ नहीं है। तो सर आप अपनी डेली लाइफ में इतने सारे स्टूडेंट्स के साथ, इतने सारे लोगों के साथ डील करते हैं, तो आपको अपनी फैमिली, फ्रेंड्स या फिर स्टूडेंट्स के साथ कहीं पे भी जनरेशन गैप फील होता है? किसी के साथ भी? अरे जनरेशन गैप देखो फील करने की चीज़ नहीं हैगी, ਉਹਨੂੰ एक्सैप्ट करो रहूगा। देखो अगर मैं फील करूँगा, मान ला कि अगर ਆਪਾਂ ਕੋਈ ਚੀਜ਼ ਨੂੰ ਜਦੋਂ ਫੀਲ ਕਰਦੇ ਹਾਂ ਕਿ ਨਹੀਂ ਇੱਥੇ ਗੰਦ ਉਹ ਹੋ ਰਿਹਾ, ਇੱਥੇ ਆਏ ਹੋ ਰਿਹਾ, ਉਹ ਫੀਲ ਹੁੰਦਾ ਨਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਫੀਲ ਕਰਦੇ ਹਾਂ ਕੀ ਹੋਊਗਾ? ਤੁਹਾਨੂੰ ਪੇਨ ਹੋਊਗਾ। ਪੇਨ ਕਦੋਂ ਨਹੀਂ ਹੁੰਦਾ ਸੋਸਾਇਟੀ ਨੂੰ? ਜਦੋਂ ਐਕਸੈਪਟ ਕਰ ਲੈਂਦਾ। ਤਾਂ ਮੈਂ ਉਹੀ ਤੁਹਾਨੂੰ ਕਿਹਾ ਕਿ ਐਕਸੈਪਟੈਂਸ ਪਾਵਰ ਚਾਹੀਦੀ ਹੈ, ਉਹ ਤਾਂ ਰਹੂਗਾ। ਜਨਰੇਸ਼ਨ ਗੈਪ ਮੇਰੇ ਤੇ ਮੇਰੀ ਸਿਸਟਰ 'ਚ ਵੀ ਹੈ। ਅਗਰ ਸੋ 4 ਸਾਲ ਬਾਅਦ ਬੱਚਾ ਪੈਦਾ ਹੋਇਆ ਉਹਦੇ 'ਚ ਵੀ ਹੋਊਗਾ। ਅੱਜ ਕੱਲ੍ਹ ਦੇ ਬੱਚੇ ਕਿੰਨੀ ਈਜ਼ੀਲੀ ਮੋਬਾਈਲ ਚਲਾ ਲੈਂਦੇ ਆ, ਤਾਂ ਉਹ ਤਾਂ ਰਹੂਗਾ। ਬਟ ਸੋਨੂੰ ਨੂੰ ਐਡਮਾਇਰ ਕਰਨਾ ਆਉਣਾ ਚਾਹੀਦਾ। मैं जनरेशन गैप में कदे प्रॉब्लम नहीं मन्निया अज तक। जनरेशन गैप इज नॉट अ प्रॉब्लम, ये सिर्फ एक एक्सेप्टेंस आ, एक्सेप्ट करो तो होगा। मेरी गल समझे ना? मेरे लिए प्रॉब्लम नहीं है कि जब मैंने देखता नहीं गा, ये रहूगा हमेशा, हमेशा रहूगा जनरेशन गैप। ये कदे खत्म होने वाली चीज़ ही है नहीं, क्योंकि नैक्सट जनरेशन थोड़े नाल बैटर होगी, किसी मर्जी फॉर्म च हो। हाँ कुछ हो सो तो नहीं भी लैके जाऊगी, क्यों? क्योंकि लाइफ कंफर्टेबल जाती है। तो अगर मैं हूँ आपके बच्चे को कहूँगा कि मैं तो दीवे थले पढ़ता रहागा, ਜਾਂ ਮੇਰੇ ਕੋਲ AC ਨਹੀਂ ਹੁੰਦਾ ਸੀ ਪੜ੍ਹਨ ਦੇ ਟਾਈਮ 'ਤੇ, ਚਲੋ ਮੈਂ ਉਸ ਟਾਈਮ ਦਾ ਨਹੀਂ ਹੈ ਕਿ ਮੈਂ ਦੀਵੇ ਥੱਲੇ ਪੜ੍ਹਾਂਗਾ, ਮੇਰੇ ਡੈਡੀ ਤਾਂ ਦੀਵੇ ਥੱਲੇ ਪੜ੍ਹੇ ਹੋਣਗੇ ਨਾ। ਮੈਨੂੰ ਤਾਂ ਮੈਂ ਉਸ ਜਨਰੇਸ਼ਨ ਦਾ ਬੱਚਾ ਜਿਹਦੇ ਪੱਖੇ ਦੇ ਕੂਲਰ ਥੱਲੇ ਪੜ੍ਹਿਆ, ਤੁਸੀਂ ਉਸ ਜਨਰੇਸ਼ਨ ਦੇ ਬੱਚੇ ਹੋ AC ਥੱਲੇ ਪੜ੍ਹੇ। ਹੁਣ ਮੈਂ ਜੇ ਆਪਦੇ ਕੂਲਰ ਵਾਲੀਆਂ ਕਹਾਣੀਆਂ ਤੁਹਾਨੂੰ ਸੁਣਾਵਾਂ, ਉਹ ਮੈਟਰ ਥੋੜ੍ਹੀ ਕਰਦੀਆਂ।
ਜੋ ਵੀ ਉਸ ਟਾਈਮ 'ਚ ਸਮੇਂ ਦੇ ਵਿੱਚ ਤੁਹਾਡੀਆਂ ਲੋੜਾਂ ਸੀ ਉਹ ਤੁਹਾਨੂੰ ਹਰ ਪੇਰੈਂਟਸ ਨੇ ਦਿੱਤੀਆਂ ਯਾਰ। ਕਿੰਨੀ ਸਿੰਪਲ ਚੀਜ਼ ਆ। ਅਗਰ ਅੱਜ ਏਸੀ ਹੈ ਤਾਂ ਅੱਜ ਏਸੀ ਮਿਲਣਗੇ ਨਾ, ਉਦੋਂ ਏਸੀ ਮੈਂ ਕਿੱਥੋਂ ਲੈ ਲੈਂਦਾ। ਤਾਂ ਇਹਨਾਂ ਗੱਲਾਂ ਤੇ ਆਪਦੇ ਆਪ ਦੀ ਸਿਫਤ ਕਰੀ ਜਾਣੀ ਸਾਰਾ ਦਿਨ, ਇਹਨਾਂ ਗੱਲਾਂ ਉੱਤੇ ਜਨਰੇਸ਼ਨ ਗੈਪ ਕ੍ਰੀਏਟ ਕਰਨਾ ਕਿ ਮੈਂ ਐਂ ਪੜ੍ਹਦਾ ਹੁੰਦਾ ਸੀ, ਇਹ ਮੈਟਰ ਹੀ ਨਹੀਂ ਕਰਦੀਆਂ ਗੱਲਾਂ। ਹਰ ਟਾਈਮ 'ਚ ਇੱਕ ਆਪਦੇ ਰਿਸੋਰਸਿਸ ਹੁੰਦੇ ਆ ਤੇ ਤੁਸੀਂ ਉਸ ਰਿਸੋਰਸਿਸ ਦੇ ਨਾਲ ਅੱਗੇ ਵਧਣਾ ਹੁੰਦਾ ਹੈਗਾ। ਬਸ ਇੰਨਾ ਹੀ ਆ, ਕਿਉਂਕਿ ਤੁਹਾਡੀ ਐਕਸੈਪਟੈਂਸ ਪਾਵਰ ਹੋਣੀ ਚਾਹੀਦੀ ਹੈ ਇਹਦੇ 'ਚ। ਜਨਰੇਸ਼ਨ ਗੈਪ ਕੁਝ ਵੀ ਨਹੀਂ ਹੈਗਾ। ਰਿਸੋਰਸਿਸ ਹਰ ਟਾਈਮ ਤੇ ਹਰ ਸਮੇਂ ਤੇ ਅੱਡ ਅੱਡ ਦੁਨੀਆ 'ਚ, ਉਹ ਹਮੇਸ਼ਾ ਰਹਿਣਗੇ। ਤੁਸੀਂ ਚਲੇ ਜਾਓਗੇ ਉਸ ਤੋਂ ਬਾਅਦ ਸਾਥੋਂ ਟੈਕਨੋਲੋਜੀ, ਜਦੋਂ ਤੁਸੀਂ ਅੱਗੇ ਜਾਓਗੇ, ਜਦੋਂ ਅਸੀਂ ਆਏ ਸੀਗੇ ਟੈਕਨੋਲੋਜੀ ਕਿੰਨੀ ਘੱਟ ਸੀ, ਹੁਣ ਤੁਸੀਂ ਟੈਕਨੋਲੋਜੀ ਕਿੰਨੀ ਜ਼ਿਆਦਾ, ਜਦੋਂ ਤੁਸੀਂ ਜਾਓਗੇ ਟੈਕਨੋਲੋਜੀ ਇਸ ਤੋਂ ਵੀ ਜ਼ਿਆਦਾ ਹੋਊਗੀ। ਤਾਂ ਉਹ ਤਾਂ ਨੈਚੁਰਲ ਹੈ ਕਿ ਬੱਚੇ ਆਪਾਂ ਤੋਂ ਸ਼ਾਰਪ ਹੋਣਗੇ ਤੇ ਕੰਫਰਟੇਬਲ ਜਾਣਗੇ। ਹੁਣ ਜੇ ਤੁਸੀਂ ਕਹੋਗੇ ਅਸੀਂ ਸਕੂਟੀਆਂ ਤੇ ਜਾਂਦੇ ਸੀ, ਤੁਸੀਂ ਕਾਰਾਂ ਤੇ ਜਾਂਦੇ ਹੋ, ਮੇਬੀ ਇਹ ਪੋਸੀਬਿਲਿਟੀ ਹੈ ਕਿ ਤੁਹਾਡੇ ਬੱਚੇ ਕਾਰਾਂ ਤੇ ਜਾਣ। ਤੇ ਜੇ ਤੁਸੀਂ ਉਹਨਾਂ ਨੂੰ ਸੁਣਾ ਕੇ ਅਗਰ ਜਨਰੇਸ਼ਨ ਗੈਪ ਕ੍ਰੀਏਟ ਕਰ ਰਹੇ ਹੋ, ਇਟ ਇਜ਼ ਅ ਫੁਲਿਸ਼ ਥਿੰਗ। ਜਨਰੇਸ਼ਨ ਗੈਪ ਨੂੰ ਸਮਝਣਾ, ਜਨਰੇਸ਼ਨ ਗੈਪ ਕੋਈ ਪ੍ਰੋਬਲਮ ਥੋੜੀ ਆ, ਇਸ ਨੂੰ ਸਮਝਣਾ ਪਊਗਾ। ਜਨਰੇਸ਼ਨ ਗੈਪ ਇਜ਼ ਨਾਟ ਅ ਪ੍ਰੋਬਲਮ। ਇਹਦਾ ਮੈਂ ਕਹਿੰਦਾ ਕਿ ਐਕਸੈਪਟੈਂਸ ਪਾਵਰ ਚਾਹੀਦੀ ਸੋਸਾਇਟੀ 'ਚ ਕਿ ਜਨਰੇਸ਼ਨ ਗੈਪ ਹੈ ਤੇ ਹਮੇਸ਼ਾ ਰਹੂਗੀ। ਹਾਂ, ਉਹ ਜੋ ਗੈਪ ਆ ਐਕਸੈਪਟੈਂਸ, ਉਹਨੂੰ ਦੇਖਣਾ ਪਊਗਾ ਕਿ ਉਹ ਚੰਗੇ ਵੱਲ ਜਾ ਰਿਹਾ ਕਿ ਮਾੜੇ ਵੱਲ ਜਾ ਰਿਹਾ। ਤੇ ਉਹਦੇ ਲਈ ਫਿਰ ਤੁਹਾਨੂੰ ਮਾਈਕਰੋ ਲੈਵਲ ਤੇ ਕੰਮ ਕਰਨਾ ਪਊਗਾ। ਇਹ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਮੈਕਰੋ ਲੈਵਲ ਤੇ ਕੰਮ ਕਰ ਲਓਗੇ। ਤੁਹਾਨੂੰ ਤੁਹਾਡੇ ਸਕੂਲਾਂ 'ਚ ਹਰ ਜਗ੍ਹਾ ਤੇ ਕੰਮ ਕਰਨਾ ਪਊਗਾ। ਉਸ ਲੈਵਲ ਤੇ ਕੰਮ ਕਰਕੇ ਫਿਰ ਤੁਸੀਂ ਉਸ ਮੈਂ ਕਹੂੰਗਾ ਉਸ ਬਹਾਵ ਨੂੰ ਮੋੜ ਸਕਦੇ ਹੋ, ਅਦਰਵਾइज ਉਹਦਾ ਜਾਣਾ तय है। ठीक है सर, तो जैसे कि आपने कहा कि जनरेशन गैप रहेगा ही रहेगा, मतलब ये प्रॉब्लम नहीं है। तो बट नो डाउट इसकी वजह से लोगों की जो थिंकिंग है वो डिफरेंट है, हर किसी की अपनी होती है, और ये वन ऑफ द रीज़न है। तो अब ये डिफरेंट थिंकिंग का होना, आप क्या मानते हो कि ये एक अच्छी बात है या फिर बुरी बात है? अच्छा, डिफरेंट थिंकिंग इज नॉट अ पार्ट ऑफ जनरेशन गैप। ਇਸ ਪ੍ਰੋਬਲਮ ਨੂੰ ਥੋੜਾ ਬੈਕ ਤੇ ਜਾ ਕੇ ਸਮਝਣਾ ਪਊਗਾ। ਦੇਖੋ, ਜਦੋਂ ਮੈਂ ਹੋਇਆ ਸੀਗਾ, ਸਾਡੇ ਕੋਲ ਉਦੋਂ ਇੰਨੀਆਂ ਸੁੱਖ ਸੁਵਿਧਾਵਾਂ ਨਹੀਂ ਸੀ ਜਿੰਨੀ ਅੱਜ ਕੱਲ੍ਹ ਦੇ ਬੱਚੇ ਨੂੰ। ਮੈਂ ਆਪਦੀ ਕਾਲਜ ਲਾਈਫ ਤੱਕ ਸਾਈਕਲ 'ਤੇ ਗਿਆ, ਪਰ ਮੈਂ ਜੇ ਹੁਣ ਕਹਾਂ ਕਿ ਤੁਸੀਂ ਤਾਂ ਹੁਣੇ ਤਾਂ ਸਕੂਟੀ 'ਤੇ ਹੋ, ਇਸ ਗੱਲ ਨੂੰ ਦੇਖੋ ਕਿਵੇਂ ਸਮਝਿਆ ਜਾ ਸਕਦਾ। ਜਦੋਂ ਮੈਂ ਸਾਈਕਲ 'ਤੇ ਜਾਊਂਗਾ ਤਾਂ ਮੇਰੇ ਘਰੋਂ ਕੁਝ ਲਿਮਿਟੇਸ਼ਨਸ ਹੋਣਗੀਆਂ। ਇਜ਼ ਇਟ ਕਲੀਅਰ? ਮੈਂ ਉਸ ਲਿਮਿਟੇਸ਼ਨ ਦੇ ਨਾਲ ਵੱਡਾ ਹੋਇਆਗਾ ਤਾਂ ਮੇਰੀ ਸੋਚ ਵੀ ਉਵੇਂ ਹੀ ਡੈਵਲਪ ਹੋਈ ਹੈ, ਨੋ ਡਾਊਟ ਇਹਦੇ 'ਚ। ਤੁਸੀਂ ਜਦੋਂ ਵੱਡੇ ਹੋਏ ਹੋ, ਤੁਹਾਡੀਆਂ ਤੁਹਾਡੇ ਤੇ ਲਿਮਿਟਸ ਘੱਟ ਸੀਗੀਆਂ, ਤਾਂ ਤੁਹਾਨੂੰ ਫਰੀਡਮ ਮੇਰੇ ਨਾਲੋਂ ਜ਼ਿਆਦਾ ਮਿਲੀ ਹੈ। ਮੇਬੀ ਅ ਗਰਲ ਔਰ ਮੇਬੀ ਅ ਬॉय, ਇਟ ਡਜ਼ਨਟ ਮੈਟਰ। ਤਾਂ ਇਹਦਾ ਮਤਲਬ ਕੀ ਆ ਕਿ ਤੁਹਾਡੇ ਕੋਲ ਆਜ਼ਾਦੀ ਜ਼ਿਆਦਾ ਹੈਗੀ ਆ। ਜਦੋਂ ਫਰੀਡਮ ਜ਼ਿਆਦਾ ਹੈਗੀ ਆ ਤਾਂ ਤੁਹਾਡੀ ਜੋ ਸੋਚਣ ਦੀ ਸਮਰੱਥਾ ਹੈਗੀ ਆ ਉਹ ਜ਼ਿਆਦਾ ਹੋਊਗੀ ਮੇਰੇ ਨਾਲ। ਤਾਂ ਜਦੋਂ ਤੁਹਾਡੀ ਸੋਚਣ ਦੀ ਸਮਰੱਥਾ ਜ਼ਿਆਦਾ ਹੋਊਗੀ ਤਾਂ ਤੁਹਾਡੇ ਪੁਆਇੰਟ ਆਫ ਵਿਊ ਡਿਫਰੈਂਟ ਹੋਣਗੇ। ਗੁਲਾਮੀ ਦੇ ਵਿੱਚ ਕਦੇ ਵੀ, ਜਾਂ ਮੈਂ ਕਹਾਂ ਜਦੋਂ ਤੁਹਾਡੇ ਤੇ ਪ੍ਰੈਸ਼ਰ ਆ, ਤੁਹਾਡੀ ਥਿੰਕਿੰਗ ਲੈਵਲ ਘੱਟ ਜਾਂਦਾ ਹੈਗਾ ਸਿਸਟਮ ਦੇ ਵਿੱਚ। ਜਿਵੇਂ ਜਿਵੇਂ ਨਵੀਆਂ ਜਨਰੇਸ਼ਨਾਂ ਆਉਣਗੀਆਂ, ਤੁਸੀਂ ਆਪਣੇ ਬੱਚਿਆਂ ਨੂੰ ਫਰੀਡਮ ਦਿਓਗੇ ਤਾਂ ਉਹਨਾਂ ਦੇ ਓਪੀਨੀਅਨਸ ਬਣਨਗੇ। ਅਤੇ ਮੈਂ ਇਸ ਗੱਲ 'ਤੇ ਪ੍ਰਾਊਡ ਫੀਲ ਕਰਦਾ ਕਿ ਅੱਜ ਦਾ ਬੱਚਾ ਦਾ ਓਪੀਨੀਅਨ ਦਿੰਦਾ ਗਾ। ਇਹ ਕੋਈ ਪ੍ਰੋਬਲਮ ਨਹੀਂ ਹੈਗੀ, ਚਾਹੇ ਓਪੀਨੀਅਨ ਗਲਤ ਆ ਚਾਹੇ ਉਹ ਸਹੀ, ਬਟ ਐਂਡ ਆਫ ਜਿਹੜੇ ਓਪੀਨੀਅਨ ਤਾਂ ਹੈ। ਮੇਰੇ ਕੋਲ ਇੰਨੇ ਵਧੀਆ ਓਪੀਨੀਅਨ ਨਹੀਂ ਸੀ ਜਦੋਂ ਮੈਂ ਵੱਡਾ ਹੋ ਰਿਹਾ ਸੀ, ਅਤੇ ਮੈਂ ਇਹ ਗਰੰਟੀ ਨਾਲ ਕਹਿਣਾ ਕਿ ਜਦੋਂ ਮੇਰੇ ਪੇਰੈਂਟਸ ਵੱਡੇ ਹੋ ਰਹੇ ਸੀ ਉਹਨਾਂ ਦੇ ਓਪੀਨੀਅਨ ਮੈਥੋਂ ਵੀ ਘੱਟ ਸੀਗੇ। ਪ੍ਰੋਬਲਮ ਆ ਕਿ ਇਸ ਚੀਜ਼ ਨੂੰ ਤੁਸੀਂ ਐਡਮਾਇਰ ਕਰੋ। ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਇਹ ਆ ਕਿ ਤੁਸੀਂ ਐਡਮਾਇਰ ਨਹੀਂ ਕਰਨਾ ਚਾਹੁੰਦੇ। ਇਸ ਗੱਲ ਨੂੰ ਸਮਝੋ ਕਿ ਇਹਦੇ ਬੈਕ 'ਤੇ ਕੇ ਸਮਝਣਾ ਪਊਗਾ। ਜਦੋਂ ਬੱਚਾ ਵੱਡਾ ਹੋ ਰਿਹਾ, ਉਹ ਫਰੀਡਮ ਨਾਲ ਵੱਡਾ ਹੋ ਰਿਹਾ। ਮੈਂ ਇੱਕ ਗੱਲ ਦਾ, ਸਾਡੇ ਸਭ ਤੋਂ ਛੋਟੀ ਕੁੜੀ ਹੈ ਤੈਨੂੰ, ਮੈਂ ਉਹਦੀ ਐਗਜ਼ਾਮਪਲ ਦਿੰਦਾ। ਉਹ 10-12 ਸਾਲ ਦੀ ਹੈ। ਕਈ ਵਾਰੀ ਮੈਂ ਉਹਨੂੰ ਦੇਖ ਕੇ ਸੋਚਦਾ ਹੁੰਦਾ ਕਿ ਯਾਰ ਕਿੰਨਾ ਫਰੀਡਮ ਲਈ ਮੰਮੀ ਨੂੰ ਬੋਲ ਲੈਂਦੀ ਆ, ਮੰਮਾ ਮੈਂ ਨਹੀਂ ਕਰੂੰਗੀ। ਅਤੇ ਮੇਰੇ 'ਚ ਕਦੇ ਹਿੰਮਤ ਨਹੀਂ ਸੀ ਕਿ ਮੈਂ ਆਪਣੀ ਮੰਮੀ ਨੂੰ ਐਂ ਕਹਿ ਸਕਾਂ ਕਿ ਮੰਮਾ ਮੈਂ ਇਹ ਨਹੀਂ ਕਰਨਾ। ਮੈਂ ਕਰਾਂ ਨਾ, ਮੰਮਾ ਦੇ ਮੂਹਰੇ ਹਾਂਜੀ ਹਾਂਜੀ ਕਹਿ ਕੇ ਤੇ ਆਪਦਾ ਕੰਮ ਬਸ ਖਤਮ, ਕਰਨਾ ਚਾਹੇ ਨਾ। ਪਰ ਮੈਂ ਕਹਿੰਦਾ ਉਹ ਸੱਚਾ ਬੱਚਾ ਮੇਰੇ ਨਾਲੋਂ, ਉਹਨੇ ਨਹੀਂ ਕਰਨਾ ਤਾਂ ਉਹ ਕਹਿ ਦਿੰਦਾ ਮੈਂ ਨਹੀਂ ਕਰਨਾ। ਅਸੀਂ ਝੂਠੇ ਸੀ। ਅਤੇ ਅਗਰ ਮੈਂ ਇਸ ਚੀਜ਼ ਨੂੰ ਜਨਰੇਸ਼ਨ ਗੈਪ ਕਹੂੰਗਾ, ਇਟ ਇਜ਼ ਅ ਫੁਲਿਸ਼ ਥਿੰਗ ਯਾਰ। ਇਹਨੂੰ ਸਮਝਣਾ ਪਊਗਾ। ਓਪੀਨੀਅਨ ਰੱਖਣਾ ਕੋਈ ਜਨਰੇਸ਼ਨ ਗੈਪ ਥੋੜ੍ਹੀ ਹੈ। ਓਪੀਨੀਅਨ ਰੱਖਣਾ ਤਾਂ ਇੱਕ ਫਰੀਡਮ ਦਾ ਸਿੰਪਟਮ ਹੈ ਯਾਰ, ਕਿ ਤੁਸੀਂ ਆਜ਼ਾਦ ਹੋ ਯਾਰ ਮੈਂਟਲ ਤੌਰ 'ਤੇ। ਗੁਲਾਮੀ ਇਕੱਲੀ ਦੋ ਤਰ੍ਹਾਂ ਦੀ ਨਹੀਂ ਹੁੰਦੀ ਨਾ, ਮਾਨਸਿਕ ਗੁਲਾਮੀ ਵੀ ਇੱਕ ਗੁਲਾਮੀ ਹੈ ਨਾ। ਤਾਂ ਮੈਂ ਤਾਂ ਕਹੂੰਗਾ ਤੁਸੀਂ ਬੱਚੇ ਜਿਹੜੇ ਹੈਗੇ ਹੋ ਇੱਕ ਮਾਨਸਿਕ ਗੁਲਾਮੀ ਤੋਂ ਆਜ਼ਾਦ ਹੋਣੇ, ਇਟ ਇਜ਼ ਗੁੱਡ ਹੈ। ਤੁਸੀਂ ਆਪਦੀ ਮਰਜ਼ੀ ਨਾਲ ਸਬਜੈਕਟ ਲੈਂਦੇ ਹੋ,
ਆਪਦੀ ਮਰਜ਼ੀ ਨਾਲ ਤੁਸੀਂ ਫਿਲਮ ਦੇਖਣ ਜਾ ਸਕਦੇ ਹੋ। ਇਟ ਇਜ਼ ਗੁੱਡ ਹੈ, ਇਟ ਨॉट बैड। ਇਹ ਤਾਂ ਹੋਣਾ ਵੀ ਚਾਹੀਦਾ ਹੈਗਾ। तो सर जैसे आपने अभी बोला कि आप अपने मतलब मदर के सामने नहीं बोलते थे इतना कि, तो फिर आपकी लाइफ में मतलब कभी भी आपने, जैसे कि हम देखते हैं कि बच्चे जो होते हैं वो हम उनको सुनते हैं कहते हुए कि आपको नहीं पता हमारे फैशन के बारे में, आज के बारे में आपको नहीं पता, तो आपको आपकी कभी अपने पेरेंट्स के साथ कोई भी बहस या फिर कुछ नहीं हुआ था? मतलब कोई आपके स्टाइल को लेके, आपके फैशन को लेके वो आपको टोकते तो होंगे कि ये कैसे है, मतलब आपने कभी भी उनकी बात से डिसएग्री नहीं किया? ਦੇਖੋ ਰਾਜੇ, ਦੋ ਚੀਜ਼ਾਂ। ਆਈ ਥਿੰਕ ਸਾਡੇ ਟਾਈਮ 'ਤੇ ਕੁਝ ਫੈਸ਼ਨਸ ਹੁੰਦੇ ਸੀ ਤੇ ਨੋਟ ਮੈਂ ਵੀ ਉਹਨੂੰ ਫੋਲੋ ਕਰਦਾ ਸੀ। ਮੈਂ ਉਹਨਾਂ ਬੱਚਿਆਂ 'ਚੋਂ ਨਹੀਂ ਸੀਗਾ ਕਿ ਮੈਂ ਕਹੂੰਗਾ ਕਿ ਮੈਂ ਫੋਲੋ ਨਹੀਂ ਕਰਦਾ ਸੀ, ਮੈਂ ਕਰਦਾ ਸੀ ਫੋਲੋ। ਤਾਂ ਉੱਥੇ ਹਾਂ ਹੁੰਦਾ ਸੀਗਾ, ਓਪੀਨੀਅਨ ਬਣਦਾ ਸੀਗਾ। ਤਾਂ ਮੈਂ ਸਿਰਫ ਇੰਨਾ ਕਹਿੰਦਾ ਸੀ, ਮੰਮਾ ਇਹ ਫੈਸ਼ਨ ਅੱਜ ਕੱਲ੍ਹ, ਇਹ ਫੈਸ਼ਨ ਤਾਂ ਮੈਂ ਇਹ ਪਾਉਣਾਗਾ। ਅਤੇ ਮੈਂ ਤਾਂ ਲੱਕੀ ਹਾਂ ਕਿ ਜਿੱਥੇ ਜਿਹੜੇ ਘਰ 'ਚ ਮੈਂ ਪੈਦਾ ਹੋਇਆ ਉੱਥੇ ਬਹੁਤ ਫਰੀਡਮ ਆ ਬੋਲਣ ਦੀ। ਅਤੇ ਸਾਨੂੰ ਇੱਕ ਦੋ ਵਾਰੀ ਕਿਹਾ ਜਾਂਦਾ ਗਾ ਸਾਡੀ ਫੈਮਿਲੀ 'ਚ, ਤੁਸੀਂ ਕਿਸੇ ਮਰਜ਼ੀ ਟੌਪਿਕ 'ਤੇ ਗੱਲ ਕਰ ਲਓ। ਅਤੇ ਮੈਂ ਲੱਕੀ ਉਹਨਾਂ ਬੰਦਿਆਂ 'ਚੋਂ ਜਿਹਨਾਂ ਨੂੰ ਇਹ ਜਿਹੇ ਮਾਪੇ ਮਿਲਦੇ ਆ ਕਿ ਉੱਥੇ ਟੋਕਾ ਟਕਾਈ ਹੈ ਨਹੀਂ ਸਾਡੇ ਘਰ, ਕਿ ਅਸੀਂ ਨਹੀਂ ਬੋਲ ਪਾਉਂਦੇ ਤਾਂ ਉਹ ਸਾਡੀ ਪ੍ਰੋਬਲਮ ਹੁੰਦੀ ਆ। ਪਰ ਸਾਡੇ ਪੇਰੈਂਟਸ ਜੋ ਹੈਗੇ, ਮੇਰੇ ਪੇਰੈਂਟਸ ਤਾਂ ਖਾਸ ਕਰਕੇ, ਇੱਕ ਵਾਰ ਕਹਿਣਗੇ ਉਸ ਤੋਂ ਕਹਿੰਗੇ ਠੀਕ ਆ ਤੇਰੀ ਲਾਈਫ ਆ, ਇਹ ਮਰਜ਼ੀ ਜੀ। ਐਕਚੁਅਲ ਤਾਂ ਲਾਈਫ ਮੇਰੀ ਹੈ ਨਾ, ਡਿਸੀਜ਼ਨ ਤਾਂ ਮੈਂ ਹੀ ਲੈਣੇ ਆ ਨਾ। ਤਾਂ ਕੱਪੜੇ ਪਾਉਣ ਨਾਲ ਜੇ ਆਪਾਂ ਜੱਜ ਕਰਦੇ ਹਾਂ ਕਿਸੇ ਨੂੰ, ਜਾਂ ਆਪਣੇ ਪੇਰੈਂਟਸ ਵੀ ਇਵਨ ਜੱਜ ਕਰਦੇ ਆ, ਤਾਂ ਮੈਂ ਇਹ ਕਹੂੰਗਾ ਉਹਦੀ ਸੋਚ ਬਹੁਤ ਛੋਟੀ ਹੈ। ਫਿਰ ਜੇ ਅੱਜ ਕੱਪੜੇ ਨਾਲ ਜੱਜ ਹੋ ਰਿਹਾ ਅਤੇ ਕੱਲ੍ਹ ਨੂੰ ਜਦੋਂ ਮੈਂ ਡਿਸੀਜ਼ਨ ਲੈਣਾ ਹੋਇਆ ਆਪਦੀ ਨੌਕਰੀ ਲਈ, ਆਪਦੇ ਕਰੀਅਰ ਲਈ, ਫਿਰ ਕਿੱਥੋਂ ਲੈ ਲੂੰਗਾ? ਮੈਂ ਤਾਂ ਕਹਿਣਾਗਾ ਕਿ ਇਹ ਛੋਟੇ ਛੋਟੇ ਬੱਚੇ ਤੁਹਾਡੇ ਸਾਰਿਆਂ 'ਚ ਡਿਸੀਜ਼ਨ ਮੇਕਿੰਗ ਹੋਣੀ ਚਾਹੀਦੀ ਆ। ਹਾਂ, ਬਟ ਇੰਨਾ ਹੈਗਾ ਕਿ ਜੇ ਤੁਸੀਂ ਕੱਪੜੇ ਪਾਓ ਨਾ, ਤਾਂ ਇੱਕ ਚੀਜ਼ ਹਮੇਸ਼ਾ ਸਮਝੋ, ਇਹ ਜਿਹੇ ਸਮਾਜ 'ਚ ਰਹਿ ਰਹੇ, ਇਹ ਬਹੁਤ ਇੰਪੋਰਟੈਂਟ। ਸਮਾਜ ਉਹੋ ਜਿਹਾ ਹੋਣਾ ਚਾਹੀਦਾ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਇਹਨੂੰ ਬੱਚਿਆਂ ਤੱਕ ਕਿਵੇਂ ਡਿਲੀਵਰ ਕੀਤਾ ਜਾਵੇ, ਇਹ ਮੈਂ ਕਹੂੰਗਾ ਸਾਡਾ ਰੋਲ ਆ। ਅਸੀਂ ਨਹੀਂ ਡਿਲੀਵਰ ਕਰਦੇ ਕਿਉਂਕਿ ਸਾਡੇ ਇੰਸਟੀਟਿਊਟ, ਸਾਡੇ ਸਕੂਲਾਂ 'ਚ ਇਸ ਟੌਪਿਕ 'ਤੇ ਗੱਲਾਂ ਨਹੀਂ ਹੁੰਦੀਆਂ। ਬੱਚਾ ਤਾਂ ਇੱਕ ਯਾਰ ਬਹੁਤ ਕੋਮਲ ਜਿਹਾ ਫੁੱਲ ਆ, ਉਹਨੂੰ ਕਿਵੇਂ ਮਰਜ਼ੀ ਕਰ ਲਓ, ਵੱਡਾ ਕਰ ਲਓ, ਉਹਦਾ ਕੀ ਆ? ਉਹਦੀਆਂ ਪੰਖੜੀਆਂ ਇੰਨੀਆਂ ਕੋਮਲ ਆ ਅਤੇ ਉਹ ਹੈਗੀਆਂ, ਉਹਨੂੰ ਕਿਵੇਂ ਮਰਜ਼ੀ ਮੋਲਡ ਕਰ ਲਓ। ਗੁਲਾਬ ਦੇ ਫੁੱਲ ਨੂੰ ਅਗਰ ਤੁਸੀਂ ਐਂ ਬੰਨ੍ਹ ਕੇ ਅਗਰ ਵੱਡਾ ਕਰੋਗੇ ਤਾਂ ਉਹਨੇ ਸਾਰੀ ਉਮਰ ਐਂ ਵੱਡਾ ਹੋਈ ਜਾਣਾ, ਉਹ ਟੁੱਟਦਾ ਵੀ ਨਹੀਂ ਗਾ। ਮੇਰੀ ਗੱਲ ਸਮਝਦੇ ਹੋ? ਤਾਂ ਉੱਥੇ ਕੋਈ ਜਨਰੇਸ਼ਨ ਗੈਪ ਨਹੀਂ ਗਾ ਇਸ ਟੌਪਿਕਸ 'ਤੇ। ਅਵੇਅਰਨੈਸ ਦੀ ਕਮੀ ਹੈ ਪੇਰੈਂਟਸ 'ਚ ਵੀ ਅਤੇ ਬੱਚਿਆਂ 'ਚ ਵੀ, ਕਿਉਂਕਿ ਆਪਣੇ ਕਈ ਟੌਪਿਕਸ 'ਤੇ ਗੱਲ ਹੀ ਨਹੀਂ ਹੁੰਦੀ। ਆਪਾਂ ਨੂੰ ਕਹਿ ਦਿੰਦੇ ਆ ਕਿ ਜਨਰੇਸ਼ਨ ਗੈਪ ਆ, ਬਟ ਮੈਂ ਪਤਾ ਸਕੂਲਾਂ 'ਚ ਵੀ ਕਿੰਨੀ ਕੁ ਹੁੰਦੀ ਹੈ। ਮੈਂ ਨਹੀਂ ਮੰਨਦਾ ਕਿ ਤੁਹਾਡੇ ਸਕੂਲਾਂ 'ਚ ਵੀ ਕੋਈ ਟੌਪਿਕ ਲੱਗਦਾ ਹੈਗਾ ਇਹਦੇ ਉੱਤੇ ਕਿ ਤੁਸੀਂ ਬੱਚੇ ਪੇਰੈਂਟਸ ਨਾਲ ਕਿਵੇਂ ਡੀਲ ਕਰਨਾ। ਆਪਾਂ ਨੂੰ ਸਿਖਾਇਆ ਨਹੀਂ ਜਾਂਦਾ ਹੈ, ਆਪਾਂ ਨੂੰ ਗੱਲ ਰੱਖਣੀ ਨਹੀਂ ਸਿਖਾਈ ਜਾਂਦੀ। ਇਹ ਜਨਰੇਸ਼ਨ ਗੈਪ ਨਹੀਂ ਹੈਗਾ, ਇਹ ਸਿਸਟਮ ਦੀ ਪ੍ਰੋਬਲਮ ਆ। ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਜਨਰੇਸ਼ਨ ਗੈਪ ਦੀਆਂ ਕੀ ਪ੍ਰੋਬਲਮਸ ਹੋਣਗੀਆਂ, ਉਹ ਇੱਕ ਅਲੱਗ ਆ। ਇੱਕ ਸਿਸਟਮ ਫੇਲੀਅਰ ਹੈ ਇੱਥੇ ਬਹੁਤ ਵੱਡਾ। ਤੁਸੀਂ ਸਿਸਟਮ ਫੇਲੀਅਰ ਨੂੰ ਜਨਰੇਸ਼ਨ ਗੈਪ ਬਣਾ ਰਹੇ ਹੋ ਸਾਰੇ ਜਾਣੇ। ਸਿਸਟਮ ਦਾ ਫੇਲੀਅਰ ਆ ਕਿ ਅਗਰ ਸਾਡੇ ਬੱਚੇ ਇਹੋ ਜਿਹੇ ਕੱਪੜੇ ਪਾ ਰਹੇ ਆ ਤਾਂ ਉਹ ਸਾਡਾ ਫਾਲਟ ਆ, ਕਿਸੇ ਆਪਣੇ ਕਲਚਰ ਨੂੰ ਅੱਗੇ ਲੈ ਕੇ ਨਹੀਂ ਜਾ ਪਾ ਰਹੇ। ਇਸ ਗੱਲ ਨੂੰ ਸਮਝਣਾ ਪਊਗਾ ਨਾ। ਅਸੀਂ ਆਪਦੀ ਕਮੀ ਨੂੰ ਜਨਰੇਸ਼ਨ ਗੈਪ ਕਹਿ ਦਈਏ, ਇਹ ਤਾਂ ਇੱਕ, ਮੈਂ ਤਾਂ ਕਹੂੰਗਾ ਕਿ ਇਹ ਤਾਂ ਇੱਕ, ਤੁਸੀਂ ਇਹਦਾ ਮਤਲਬ ਤਾਂ ਮੰਨ ਕੇ ਚੱਲੋ ਕਿ ਤੁਸੀਂ ਤੁਹਾਡੇ 'ਚ ਐਕਸੈਪਟੈਂਸ ਪਾਵਰ ਹੀ ਨਹੀਂ ਹੈਗੀ ਕਿ ਸਾਥੋਂ ਕੁਝ ਗਲਤ ਹੋ ਗਿਆ। ਤੁਸੀਂ ਤਾਂ ਉਹ ਚੀਜ਼ ਸਿੱਖੋਗੇ ਨਾ ਜੋ ਅਸੀਂ ਡਿਲੀਵਰ ਕੀਤੀ ਆ ਜਾਂ ਕਿਸੇ ਨਾ ਕਿਸੇ ਫਾਰਮ 'ਚ ਦਿਖਾਈ ਆ। ਤੁਸੀਂ ਤਾਂ ਉਹੀ ਚੀਜ਼ ਸਿੱਖੋਗੇ ਨਾ। ਜੇ ਤੁਸੀਂ ਕਿਸੇ ਹੋਰ ਕਲਚਰ ਵੱਲ ਜਾ ਰਹੇ ਹੋ, ਉਹਦਾ ਮਤਲਬ ਕੀ ਆ ਕਿ ਅਸੀਂ, ਸਾਡਾ ਖਾਸ ਕਰ ਸਾਡੀ ਟੀਚਰ ਬਰਾਦਰੀ, ਅਸੀਂ ਉਹ ਚੀਜ਼ ਨੂੰ ਡਿਲੀਵਰ ਨਹੀਂ ਕਰ ਪਾਏ ਸਿਸਟਮ 'ਚ। ਤਾਂ ਮੈਂ ਨਹੀਂ ਕਹਿੰਦਾ ਕਿ ਇਹ ਜਨਰੇਸ਼ਨ ਗੈਪ ਹੈ, ਇਹ ਤਾਂ ਸਿਸਟਮ ਫੇਲੀਅਰ ਆ। ਕਿ ਤੁਸੀਂ ਆਪਦੇ ਲੈਕਚਰਸ ਚੱਕ ਕੇ ਦੇਖ ਲਓ ਸਕੂਲਾਂ ਦੇ, ਕਿੰਨੇ ਪੇਰੈਂਟਸ ਡੀਲਿੰਗ ਦੇ ਉੱਤੇ ਲੱਗਦੇ ਆ। ਆਪਾਂ ਨੂੰ ਪੂਜਣਾ ਸਿਖਾਇਆ ਜਾਂਦਾ ਗਾ, ਇਸ ਚੀਜ਼ ਨੂੰ ਸਮਝੋ। ਆਪਾਂ ਨੂੰ ਪੂਜਣਾ ਸਿਖਾਇਆ ਜਾਂਦਾ, ਪੈਰੀਂ ਹੱਥ ਲਾਉਣਾ ਸਿਖਾਇਆ ਜਾਂਦਾ ਪੇਰੈਂਟਸ ਦੇ, ਲਾਓ। ਪਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਦੱਸ ਦਾਂਗਾ, ਬੜਾ ਇੰਟਰਸਟਿੰਗ ਵਾਕਿਆ ਹੈਗਾ। ਸਭ ਦੇ ਪੇਰੈਂਟਸ ਪੈਰੀਂ ਹੱਥ ਲਵਾ ਲੈਂਦੇ ਮੇਰੇ ਹਿਸਾਬ ਨਾਲ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਆਈ ਐਮ ਅ ਲੱਕੀ ਗਾਏ। ਅਤੇ ਮੈਨੂੰ ਅੱਜ ਵੀ ਯਾਦ ਆ, ਸਾਡੇ ਸਕੂਲ 'ਚ ਪ੍ਰਿੰਸੀਪਲ ਨੇ ਕਿਹਾ ਸੀਗਾ ਕਿ ਪੇਪਰ ਦੇਣ ਤੋਂ ਪਹਿਲਾਂ ਆਪਣੇ ਪੇਰੈਂਟਸ ਦੇ ਪੈਰੀਂ ਹੱਥ ਲਾ ਕੇ ਆਓ। ਅਤੇ ਮੈਂ 10ਵੀਂ ਸੀ, ਉਵੇਂ ਟੀਚਰਾਂ ਪਿੱਛੇ ਲੱਗ ਜਾਂਦੇ ਆਪਾਂ ਹੌਲੀ ਹੌਲੀ ਕਰਕੇ ਸਾਰੇ, ਕੋਈ ਰਿਸਪੈਕਟ ਬਹੁਤ ਕਰਦੇ ਹੁੰਦੇ ਆ। ਅਤੇ ਮੇਰੇ ਫਾਦਰ ਸਾਹਿਬ ਨੇ, ਜਦੋਂ ਮੈਂ ਸੁਬਾਹ ਉੱਠਿਆ ਅਤੇ ਮੈਂ ਜਦੋਂ ਪੈਰੀਂ ਹੱਥ ਲਾਏ, ਫਾਦਰ ਸਾਹਿਬ ਨੇ ਪੈਰ ਪਿੱਛੇ ਕਰ ਲਿਆ।
ਮੈਨੂੰ ਇਨਸੀਡੈਂਟ ਅੱਜ ਵੀ ਯਾਦ ਆ ਰਹੀ ਲਾਈਫ ਦਾ। ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੇਖ ਪੁੱਤ, ਮੇਰੇ ਪੈਰੀਂ ਸਿਰਫ ਇਸ ਕਰਕੇ ਨਾ ਲਾ ਕਿ ਮੈਂ ਤੇਰਾ ਪਿਓ, ਜੇ ਮੈਂ ਜ਼ਿੰਦਗੀ 'ਚ ਕੁਝ ਅਚੀਵ ਕਰੂੰਗਾ ਨਾ ਤਾਂ ਮੇਰੇ ਪੈਰੀਂ ਹੱਥ ਲਾ। ਤੇ ਮੈਨੂੰ ਵਾਕਿਆ ਅੱਜ ਵੀ ਯਾਦ ਹੈ। ਤੇ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਮੈਂ ਕਦੇ ਕਿਤੇ ਛੇਤੀ ਕਿਸੇ ਪੈਰੇ 'ਤੇ ਹੱਥ ਲਾਉਣਾ, ਪੈਰੀਂ ਹੱਥ ਲਾਉਣਾ ਆਪਣਾ ਕਲਚਰ ਆ। ਜਿੱਥੇ ਮੈਨੂੰ ਵੱਡਾ ਆਦਮੀ ਦਿਖਦਾ ਗਾ ਉਮਰ 'ਚ, ਮੇਰੇ ਨਾਨਾ ਜੀ ਜਾਂ ਬਜ਼ੁਰਗ, ਉੱਥੇ ਲਾ ਦਿਓ ਐਜ਼ ਅ ਰਿਸਪੈਕਟ। ਬਟ ਅਦਰ ਵੈਸੇ ਨਹੀਂ ਕਿ ਇਹਨੂੰ ਮੈਂ ਕੋਈ ਆਏ ਨਹੀਂ ਬਣਾ ਸਕਦਾ ਕਿ ਹਾਂ ਪੈਰੀਂ ਹੱਥ ਲਾਉਣਾ ਤਾਂ ਤੁਸੀਂ ਬਹੁਤ ਹੋ। ਤਾਂ ਇਹ ਗੱਲ ਹੋਈ ਹੈ ਨਾ ਕਿ ਆਪਣੇ ਤੁਹਾਨੂੰ ਵੈਲਿਊਜ਼ ਮਿਲਣਗੀਆਂ ਕਿੱਥੋਂ? ਵੈਲਿਊਜ਼ ਕਿਤੇ ਡਿਲੀਵਰ ਤਾਂ ਹੋਣ ਨਾ, ਤਾਂ ਡਿਲੀਵਰ ਹੋਣਾ ਉਹ ਵੈਲਿਊਜ਼। ਜ਼ਿੰਦਗੀ ਦੇ 12 ਸਾਲ ਤੁਸੀਂ ਇੱਕ ਸਕੂਲ ਨੂੰ ਦੇ ਰਹੇ ਹੋ, ਜਿਸ ਨੂੰ ਉਹ ਨਹੀਂ ਸਿਖਾ ਪਾਇਆ ਤਾਂ ਸਿਖਾਓ ਕੌਣ? ਤੁਸੀਂ ਆਪਦੀ ਦੇਖੋ, ਬੱਚਾ 22-23 ਸਾਲ ਤੱਕ ਗਰੋ ਕਰਦਾ ਐਕਚੁਅਲ 'ਚ। 23-24 ਸਾਲ ਤੋਂ ਬਾਅਦ ਤਾਂ ਜਵਾਕ ਆਪਦੇ ਕਰੀਅਰ ਪ੍ਰਤੀ ਫੋਕਸ ਹੋ ਜਾਂਦਾ ਹੈਗਾ। ਜੋ ਉਹਨੇ ਸਿੱਖਿਆ ਉਹਨੂੰ ਹੁਣ ਉਹਨੇ ਪ੍ਰੈਕਟੀਕਲ 'ਚ ਲੈ ਕੇ ਆਉਣਾ ਹੈਗਾ। ਅਤੇ ਨਰਸਰੀ ਤੋਂ ਲੈ ਕੇ ਅਗਰ ਮੈਂ ਐਂ ਮੰਨ ਕੇ ਚੱਲਾਂ ਕਿ 3 ਸਾਲ ਦਾ ਬੱਚਾ ਜਾਂ ਇੱਕ ਆਪਾਂ ਸਿਸਟਮ 'ਚ ਬਾੜ ਦਿੰਦੇ ਹਾਂ, ਉਹ 3 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਤੱਕ ਬੱਚਾ ਇੱਕ ਸਿਸਟਮ ਨੂੰ ਦੇ ਦਿੰਦਾ ਹੈਗਾ। 18 ਸਾਲ ਉਹ ਸਿਸਟਮ ਨੂੰ ਦੇ ਦੇ, ਯਾਨੀ ਕਿ 3 ਤੋਂ ਲੈ ਕੇ 18 15 ਸਾਲ ਹੋ ਗਏ। 15 ਸਾਲਾਂ 'ਚ ਜੇ ਉਹ ਸਿਸਟਮ ਨਹੀਂ ਸਿਖਾ ਪਾਇਆ ਉਹਨੂੰ, ਤਾਂ ਫਿਰ ਮੈਂ ਕਹਾਂ ਸਿਸਟਮ ਫੇਲੀਅਰ ਆ, ਜਨਰੇਸ਼ਨ ਗੈਪ ਨਹੀਂ ਹੈਗਾ। ਬੱਚਾ ਸ਼ਾਰਪ ਆ, ਤੁਸੀਂ ਗੱਲ ਕਹੋਗੇ ਉਹ ਜਲਦੀ ਸਿੱਖੋ ਸਾਡੇ ਨਾਲ, ਸਾਡੇ 'ਚ ਕੈਪੇਬਿਲਿਟੀ ਹੈ ਉਹ ਗੱਲ ਸਿਖਾਉਣ ਦੀ। ਇਸ ਨੂੰ ਸਮਝਣਾ ਪਊਗਾ, ਟੀਚਰ ਨੂੰ ਪੜ੍ਹਨਾ ਪਊਗਾ, ਨਾਲ ਟੀਚਰ ਨੂੰ ਮੈਂਟਲ ਲੈਵਲ ਸਟੱਡੀ ਕਰਨੇ ਪੈਣਗੇ ਨਿਊ ਜਨਰੇਸ਼ਨ ਦੇ, ਅਤੇ ਇਹ ਫੈਕਟ ਆ ਕਰਨਾ ਪਊਗਾ ਵੀ, ਠੀਕ ਹੈ ਨਾ। ਅਤੇ ਇਹ ਅਗਰ ਅਤੇ ਦਿਮਾਗ ਇੱਕ ਇਹੀ ਚੀਜ਼ ਹੈ ਕਿ ਜੇ ਤੁਸੀਂ ਇਹਨੂੰ ਨਰਿਸ਼ ਕਰੀ ਜਾਓਗੇ ਨਵੀਂ ਜਨਰੇਸ਼ਨ ਦੇ ਨਾਲ, ਨਵੀਂ ਜਨਰੇਸ਼ਨ ਦਾ ਮਤਲਬ ਕੀ ਹੈ? ਉਹਨਾਂ ਦੀ ਗ੍ਰਾਸਪਿੰਗ ਪਾਵਰ ਵੱਧ ਗਈ, ਹੋਰ ਤਾਂ ਕੁਛ ਨਹੀਂ। ਉਹ ਚੀਜ਼ਾਂ ਨੂੰ ਬਹੁਤ ਜਲਦੀ ਸਮਝ ਲੈਂਦੇ ਆ, ਸੋਚ ਲੈਂਦੇ ਆ। ਆਹੀ ਆ, ਤਾਂ ਟੀਚਰ ਨੂੰ ਫਿਰ ਨਵੇਂ ਤਰੀਕੇ ਸੋਚਣੇ ਚਾਹੀਦੇ ਆ ਕਿ ਕਿਵੇਂ ਬੱਚੇ ਦਾ ਕੈਲੀਬਰ ਸਾਹਮਣੇ ਆਵੇ, ਜਾਂ ਕਿਵੇਂ ਵਧੀਆ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈਗਾ। ਆਏ ਨਾ ਕਿ ਕਿਤਾਬ ਚੱਕੀ ਤੇ ਰੱਟਾ ਮਰਵਾਤਾ, ਅਤੇ ਫਿਰ ਮੈਂ ਉਹਨੂੰ ਕਹਾਂਗੀ ਜਨਰੇਸ਼ਨ ਕਿਹਾ ਤੁਸੀਂ ਪੜ੍ਹਦੇ ਨੇਗੇ, ਅਸੀਂ 8 ਘੰਟੇ ਪੜ੍ਹਦੇ ਸੀਗੇ। ਸਾਡੇ ਕੋਲ 8 ਘੰਟੇ ਕਿਉਂ ਪੜ੍ਹਦੇ? ਸਾਡੇ ਕੋਲ ਹੁੰਦਾ ਹੀ ਕੁਛ ਨਹੀਂ ਸੀ। ਇਸ ਨੂੰ ਸਮਝਣਾ ਪਊਗਾ ਨਾ। ਇਹ ਤਾਂ ਕੋਈ ਗੱਲ ਨਹੀਂ ਹੋਈ ਨਾ ਕਿ ਮੈਂ ਆ ਕੇ ਮੈਂ 8 ਘੰਟੇ ਪੜ੍ਹਦਾ ਸੀ। ਸਾਡੇ ਕੋਲ ਕੀ ਸੀਗਾ? ਸਪੋਰਟਸ ਕਰ, ਕਿਤੇ ਜਾਣਾ ਹੁੰਦਾ ਸਾਈਕਲ 'ਤੇ ਕਿੱਥੇ ਜਾਓਗੇ? ਕੋਈ ਮਾਰਕੀਟ ਨਹੀਂ ਹੁੰਦੀ ਸੀ ਨੇੜੇ। ਇਸ ਚੀਜ਼ ਨੂੰ ਵੀ ਸਮਝਣਾ ਪਊਗਾ ਨਾ। ਤੁਹਾਡੇ ਕੋਲ ਤਾਂ ਡਿਸਟਰੈਕਸ਼ਨ ਹੀ ਬਹੁਤ ਆ। ਤੁਹਾਡੇ ਕੋਲ ਸਾਰਾ ਇੰਟਰਨੈਟ ਖੁੱਲ੍ਹਾ ਪਿਆ, ਦੁਨੀਆ ਤੁਹਾਡਾ ਕੁਛ ਮਰਜ਼ੀ ਦੇਖੋ। ਤੁਹਾਡੇ ਕੋਲ ਕੰਪਿਊਟਰ ਸੀ, ਕਦੇ ਦੇਖਿਆ ਨਹੀਂ ਸੀ ਤੁਹਾਡੇ ਹੱਥਾਂ 'ਚ। ਤਾਂ ਜਦੋਂ ਐਨਵਾਇਰਮੈਂਟ ਇੰਨਾ ਚੇਂਜ ਹੋ ਗਿਆ, ਤਾਂ ਮੈਨੂੰ ਉਸ ਚੀਜ਼ ਨੂੰ ਸਮਝਣਾ ਪਊਗਾ। ਸਿਸਟਮ ਚੇਂਜ ਹੋ ਗਿਆ, ਸਰਾਊਂਡਿੰਗਸ ਚੇਂਜ ਹੋ ਗਈਆਂ, ਤਾਂ ਮੈਂ ਐਜ਼ ਅ ਟੀਚਰ ਹਮੇਸ਼ਾ ਆਈ ਗੁਣਗਾਨ ਕਰੀ ਜਾਊਂਗਾ ਬੱਚੇ ਚੇਂਜ ਹੋ ਗਏ। ਨਹੀਂ ਨਾ, ਬੱਚੇ ਥੋੜ੍ਹੇ ਚੇਂਜ ਹੋਏ, ਤੂੰ ਨਹੀਂ ਚੇਂਜ ਹੋ ਰਿਹਾ, ਤੂੰ ਰਿਜਿਡ ਹੋ ਰਿਹਾ। ਇੱਕ ਰਿਜਿਡ ਹੋ ਰਿਹਾ, ਅਤੇ ਐਨਵਾਇਰਮੈਂਟ ਜੋ ਡਾਇਨਾਮਿਕ ਆ, ਅਤੇ ਫਿਰ ਰਿਜਿਡ ਬੰਦੇ ਦਾ ਲੱਗੂਗਾ ਨਾ ਕਿ ਜਨਰੇਸ਼ਨ ਗੈਪ ਆ। ਇਸ ਨੂੰ ਸਮਝਣਾ ਪਊਗਾ। मैं ट्राई करूँगा जिसमें ये चीज़ समझ आ जाता। सर अगर हम लाइक मैरिज या फिर फ्रेंडशिप के पर्सपेक्टिव से देखें या फिर कोई भी रिलेशन के, तो आपको क्या लगता है कि जो एज डिफरेंस होता है वो एक एज अ बैरियर एक्ट करता है? एज डिफरेंस ਤੁਸੀਂ ਕਿਸ ਸੈਂਸ ਚ ਕਹਿ ਰਹੇ ਹੋ? एज डिफरेंस मतलब कि जैसे कोई भी एक ਨਹੀਂ, ਤੁਸੀਂ ਮੈਨੂੰ ਮੇਰਾ ਕੁਐਸਚਨ ਨਹੀਂ ਸਮਝ ਆਇਆ ਕਿ ਤੁਸੀਂ ਮੈਰਿਜ ਦੇ ਕੁਐਸਚਨ ਪੁੱਟ ਕਰ ਰਹੇ ਹੋ। मतलब कोई भी रिलेशन है, हाँ ठीक है, उसमें अगर हमें लाइक कोई भी रिश्ते को आगे बढ़ाना है तो उसमें अब क्योंकि अगर सोच अलग है तो प्रॉब्लम्स भी आएंगी। तो आपको क्या लगता है कि ये जो जनरेशन गैप है ये रीज़न है कि ये प्रॉब्लम्स क्रिएट कर सकता है, उसमें एज एन बैरियर एक्ट करता है उसमें? ਦੇਖੋ ਰਾਜੇ, ਇਹਦੇ 'ਚ ਐਜ਼ ਅ ਬੈਰੀਅਰ ਐਕਟ ਕਰਦਾ ਨਹੀਂ ਕਰਦਾ, ਇਹ ਤਾਂ ਮੈਂ ਨਹੀਂ ਕਹਿ ਪਾਊਂਗਾ, ਕਿਉਂਕਿ ਬਹੁਤ ਇਹ ਜਿਹੇ ਕਿਉਂਕਿ ਜੇ ਮੈਂ ਇਹਦਾ ਡਾਟਾ ਦੇਖਾਂ ਤਾਂ ਮੈਂ ਵੀ ਅਰੇਂਜ ਮੈਰਿਜਸ ਵੀ ਬਹੁਤ ਸਕਸੈਸਫੁਲ ਨਹੀਂ ਹੈਗੀਆਂ ਇਸ ਦੇਸ਼ ਦੇ ਵਿੱਚ, ਇਹੋ ਜਿਹੀ ਗੱਲ ਨਹੀਂ ਹੈਗੀ। ਅਤੇ ਲਵ ਮੈਰਿਜ ਜਾਂ ਰਿਲੇਸ਼ਨ ਮੈਰਿਜ ਵੀ ਬਹੁਤ ਸਕਸੈਸਫੁਲ ਨਹੀਂ ਹੈਗੀਆਂ, ਦੋਨਾਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਵੀ ਹੈਗੇ। ਇਹ ਤਾਂ ਪਰਸਨ ਟੂ ਪਰਸਨ ਵੇਰੀ ਕਰੂਗਾ। ਪਰ ਇੱਕ ਮੈਂ ਪ੍ਰੋਬਲਮ ਜੋ ਹੈਗੀ ਉਹ ਸਮਝਣੀ ਪਊਗੀ। ਜਦੋਂ ਆਪਾਂ ਰੋਟੀ ਤੋਂ ਬਰਗਰ 'ਤੇ ਆ ਗਏ, ਰੋਟੀ ਖਾਣ 'ਤੇ ਸ਼ਾਇਦ ਸਾਨੂੰ 15 ਮਿੰਟ ਲੱਗਦੇ ਹੋਣਗੇ, ਇਫ ਆਈ ਐਮ ਨਾਟ ਰੋਂਗ, ਕਿਸੇ ਨੂੰ 10-15 ਮਿੰਟ ਰੋਟੀ ਖਾਣ 'ਤੇ ਲੱਗ ਜਾਂਦੇ, ਪਰ ਸਾਨੂੰ ਬਰਗਰ ਖਾਣ 'ਤੇ 5 ਤੋਂ 6 ਮਿੰਟ ਲੱਗਦੇ ਆ। ਤਾਂ ਇੱਥੇ ਸਮਝਣਾ ਪਊਗਾ ਹੁਣ ਜਨਰੇਸ਼ਨ ਨੂੰ। ਮੈਂ ਉਹੀ ਕਹਿਣਾ ਕਿ
ਵੱਡਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਨਰੇਸ਼ਨ ਨੂੰ ਸਮਝਿਆ ਜਾਵੇ, ਨਾ ਕਿ ਰੋਕਿਆ ਜਾਵੇ। ਜਦੋਂ ਜਨਰੇਸ਼ਨ ਰੋਟੀਆਂ ਤੋਂ ਪੀਜ਼ੇ ਬਰਗਰਾਂ ਤੇ ਆ ਗਈ, ਇਹ 'ਚ ਕੋਈ ਦੋ ਰਾਏ ਨਹੀਂ। ਇਹਦਾ ਮਤਲਬ ਜੇ ਟਾਈਮ ਸਪੈਨ ਖਾਣ ਦਾ ਹੀ ਘਟ ਗਿਆ, ਤਾਂ ਪੇਸ਼ੈਂਸ ਲੈਵਲ ਦਾ ਘਟ ਗਿਆ ਨਾ। ਗੱਲ ਤਾਂ ਇਹ ਨਾ ਕਿ ਪੇਸ਼ੈਂਸ ਲੈਵਲ ਲਈ ਅਸੀਂ ਕੀ ਕਰ ਰਹੇ ਹਾਂ, ਕਿ ਗੱਲਾਂ ਸਮਝੋ ਨਾ ਕਿੱਥੇ ਆ, ਕਿ ਪ੍ਰੋਬਲਮ ਕਿੱਥੇ ਹੈ। ਪ੍ਰੋਬਲਮ ਤਾਂ ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਕਹੂੰਗਾ ਹਾਂਜੀ ਪ੍ਰੋਬਲਮ ਹੈ, ਪਰ ਪ੍ਰੋਬਲਮ ਹੈ ਕਿੱਥੇ? ਸੋਲਿਊਸ਼ਨ ਲੱਭਣਾ ਨਾ, ਆਪਾਂ ਗੱਲਾਂ ਥੋੜੀ ਕਰਨੀਆਂ ਇੱਥੇ। ਆਪਾਂ ਤਾਂ ਗਰਾਊਂਡ ਲੈਵਲ ਤੇ ਕੰਮ ਕਰਨਾ ਨਾ, ਐਂਡ ਆਫ ਦ ਡੇ ਜਾ ਕੇ, ਕਿ ਪ੍ਰੋਬਲਮ ਹੈ ਤਾਂ ਉਹਨੂੰ ਸੋਲਵ ਕਿਵੇਂ ਕਰਨਾ। ਅਗਰ ਤੂੰ ਮੇਰੀ ਇੰਟਰਵਿਊ ਲੈ ਰਿਹਾ ਤਾਂ ਮਤਲਬ ਇਹ ਥੋੜੀ ਹੈ ਕਿ ਮੈਂ ਇੱਥੇ ਗੱਲਾਂ ਮਾਰਾਂ ਤੇ ਓਪੀਨੀਅਨ ਦੇਵਾਂ ਕਿ ਹਾਂ ਹੋ ਜੇ। ਗੱਲ ਕਿ ਸਮਝਣਾ ਪਊ ਨਾ ਪ੍ਰੋਬਲਮ ਕਿੱਥੇ ਹੈ। ਜਦੋਂ ਤੁਸੀਂ 3 ਮਿੰਟ ਤੇ ਆ ਗਏ ਖਾਣ 'ਚ, ਤੇ ਇਟ ਮੀਨਸ ਥੋੜਾ ਪੇਸ਼ੈਂਸ ਲੈਵਲ ਡਿਕਰੀਜ਼ ਤਾਂ ਹੋਵੇਗਾ। ਕਾਮਨ ਸੈਂਸ ਆ ਹਰ ਬੰਦੇ 'ਚ ਹੋਣੀ ਚਾਹੀਦੀ ਹੈ। ਜਦੋਂ ਸਿਸਟਮ ਨੂੰ ਇਹ ਗੱਲ ਸਮਝ ਆ ਗਈ ਕਿ ਬੱਚਿਆਂ 'ਚ ਪੇਸ਼ੈਂਸ ਲੈਵਲ ਘਟ ਰਿਹਾ ਹੈਗਾ, ਤਾਂ ਆ ਗਈ ਤਾਂ ਚੇਂਜ ਹੋ ਗਿਆ। ਅਸੀਂ ਪਾਗਲਾਂ ਜਦੋਂ ਲਈ ਕੰਮ ਨਹੀਂ ਕਰ ਰਹੇ। ਗੱਲ ਉਹਦੇ ਤੇ ਕੰਮ ਕਿੱਥੇ ਹੋ ਰਿਹਾ ਹੈਗਾ। ਜਦੋਂ ਤੁਸੀਂ ਕਿਸੇ ਬੰਦੇ ਨੂੰ ਛੱਡ ਦੋਗੇ, ਤੁਸੀਂ ਤਾਂ ਖੁੱਲੇ ਛੱਡੇ ਹੋਏ ਹੋ ਨਾ, ਹੁਣ ਸਿਰਫ ਡਾਂਟਿਆ ਜਾ ਰਿਹਾ, ਕੰਮ ਥੋੜੀ ਹੋ ਰਿਹਾ। ਉਹ ਪੇਸ਼ੈਂਸ ਲੈਵਲ ਨੂੰ ਇਨਕਰੀਜ਼ ਕਰਨ ਵਾਸਤੇ ਕੀ ਕੀਤਾ ਜਾ ਰਿਹਾ ਸਿਸਟਮ 'ਚ? ਗੱਲ ਤਾਂ ਉਹ ਸਿਸਟਮ ਫੇਲੀਅਰ ਦੀ ਆ ਜੂਗੀ ਫਿਰ ਅਗੇਨ। ਜਦੋਂ ਬੱਚੇ ਨੂੰ ਬਰਗਰ ਤੇ ਆ ਗਿਆ, ਕਿਉਂਕਿ ਇੱਥੇ ਮੈਂ ਬਹੁਤ ਵੱਡੀ ਪ੍ਰੋਬਲਮ ਹੋਊਗਾ, ਪੇਰੈਂਟਸ ਐਕਚੁਅਲ ਰੋਲ ਮਾਡਲ ਨਹੀਂ ਹੈਗੇ ਆਪਣੇ ਬੱਚਿਆਂ ਦੇ। ਬੱਚਾ ਪੇਰੈਂਟਸ 'ਤੇ ਪ੍ਰਾਊਡ ਫੀਲ ਨਹੀਂ ਕਰਦਾ, ਜੋ ਮੈਂ ਕਹੂੰਗਾ ਬਹੁਤ ਬੜਾ ਇਹ ਹੈਗਾ। ਕਿ ਮੈਂ ਨਹੀਂ ਮੰਨਦਾ ਕਿ ਹਿੰਦੁਸਤਾਨ ਦਾ ਪੇਰੈਂਟ ਸਵੇਰੇ ਉੱਠਦਾ ਗਾ 4 ਵਜੇ ਤੇ ਰਨਿੰਗ ਕਰਨ ਜਾਂਦਾ ਗਾ। ਪੇਰੈਂਟਸ ਦੇਖੋ ਫੇਲੀਅਰ ਆ ਸਿਸਟਮ ਦਾ ਬਹੁਤ ਵੱਡਾ। ਇਹ ਮੈਨੂੰ ਬੜੀ ਵਧੀਆ ਐਗਜ਼ਾਮਪਲ ਨਾਲ ਸਮਝਾ ਸਕਦਾ। ਕੋਚ ਕਦੇ ਵੀ ਮੈਨੂੰ ਅੱਜ ਤੱਕ ਬਹੁਤ ਰੇਅਰ ਕੋਚ ਦੇਖਿਆ ਜੋ ਆਪ ਫਿੱਟ ਹੋਣ। ਜਿਹੜਾ ਕੋਚ ਸਾਈਕਲ ਤੇ ਜਾ ਕੇ ਆ ਬੱਚੇ ਨੂੰ ਭਜਾ ਰਿਹਾ, ਉਹ ਕੋਚ ਥੋੜੀ ਆ। ਸਿਸਟਮ ਦੇਖੋ ਨਾ ਕਿੰਨਾ ਵੱਡਾ ਫੇਲੀਅਰ ਇੱਥੇ। ਉਹਦੇ ਕਾਰਨ ਫਿਰ ਤੁਸੀਂ ਜਨਰੇਸ਼ਨ ਗੈਪ ਕਰ ਰਹੇ ਹੋ ਹਰ ਗੱਲ ਉੱਤੇ। ਗੱਲ ਤਾਂ ਹੋਈ ਹੈ ਕਿ ਜੇ ਤੁਸੀਂ ਰਿਲੇਸ਼ਨ ਫਿਰ ਤਾਂ ਪ੍ਰੋਬਲਮਸ ਆਉਣਗੀਆਂ, ਰਿਲੇਸ਼ਨ ਹਰ ਜਗ੍ਹਾ 'ਤੇ ਆਉਣਗੀਆਂ, ਕਿੱਥੇ ਨਹੀਂ ਆਉਣਗੀਆਂ ਉਹਦੇ ਕਾਰਨ। ਗੱਲ ਤਾਂ ਫਿਰ ਉੱਥੇ ਆ ਜਾਣਾ ਕਿ ਜਿਹੜਾ ਤੂੰ ਮੈਨੂੰ ਕੁਐਸਚਨ ਪੁੱਟਿਆ ਕਿ ਰਿਲੇਸ਼ਨ ਨਹੀਂ ਜਾ ਰਹੇ, ਹਾਂ ਨਹੀਂ ਜਾ ਰਹੇ ਕਿਉਂ? ਕੋਈ ਪੇਸ਼ੈਂਸ ਲੈਵਲ ਦੋਨਾਂ 'ਚ ਬਹੁਤ ਘੱਟ ਗਿਆ। ਐਕਚੁਅਲ ਪ੍ਰੋਬਲਮ ਨੂੰ ਸਮਝਣਾ ਪਊ ਨਾ, ਪ੍ਰੋਬਲਮ ਤਾਂ ਪੇਸ਼ੈਂਸ ਲੈਵਲ ਦੀ ਹੈ ਨਾ। ਜਦੋਂ ਪੇਸ਼ੈਂਸ ਲੈਵਲ ਰਿਡਿਊਸ ਹੋ ਗਿਆ ਤਾਂ ਫਿਰ ਗੱਲ ਸੁਣਨ ਦੀ ਕੈਪੈਸਿਟੀ ਰਿਡਿਊਸ ਹੋ ਗਈ। ਪਰ ਗੱਲ ਹੈ ਕਿ ਸਿਸਟਮ ਕੀ ਕਰ ਰਿਹਾ ਉਹਦੇ ਲਈ। ਸਿਸਟਮ 'ਚ ਉਹੀ ਦਾ, ਚਾਹੇ ਉਹ ਕੋਈ ਮਰਜ਼ੀ, ਚਾਹੇ ਰਿਲੇਸ਼ਨ ਆ, ਚਾਹੇ ਕੋਈ ਮਰਜ਼ੀ ਚੀਜ਼ ਆ, ਮੈਂ ਤਾਂ ਇਹੀ ਕਹੂੰਗਾ ਕਿ ਰੋਲ ਮਾਡਲ ਨਹੀਂ ਹੈਗੇ, रियल हीरोज़ नहीं है, वर्चुअल हीरोज़ अपने को लिए बहुत सलमान आमिर। मतलब इसको ओवरकम करने के लिए कहीं ना कहीं पेरेंट्स जो है उनको लाइक अपनी हाँ, अगर ਤੁਹਾਡੇ ਸਕੂਲ ਦੇ ਟੀਚਰਸ ਫਿੱਟ ਹੋਣ, ਅਸੀਂ ਫਿੱਟ ਹੋਈਏ, ਯਾਰ ਬੱਚਾ ਸੁਣਦਾ ਘੱਟ ਆ, ਦੇਖਦਾ ਜ਼ਿਆਦਾ ਨਾ। ਜਦੋਂ ਅਸੀਂ ਤੁਹਾਨੂੰ ਕਹਾਂ 4 ਵਜੇ ਉੱਠੋ, ਅਸੀਂ ਆਪ ਤਾਂ ਉੱਠਦੇ ਨਹੀਂ 4 ਵਜੇ। ਤੁਹਾਨੂੰ ਕਹਿੰਦਾ ਉੱਠਿਆ ਕਰੋ, ਸਵੇਰੇ ਪੜ੍ਹਿਆ ਕਰੋ 4 ਵਜੇ। ਤੁਸੀਂ ਇਹ ਚੀਜ਼ ਕਿੱਥੋਂ ਸਿੱਖਣੀ ਸੀ? ਈਵਨ ਆਪਣੇ ਆਪਾਂ ਸ਼ਾਮ ਨੂੰ ਬਰਸ਼ ਨਹੀਂ ਕਰਕੇ ਸੌਂਦੇ ਆ। ਗੱਲਾਂ ਬਹੁਤ ਵੱਡੀਆਂ ਕਰਦੇ ਆਪਾਂ ਸ਼ਾਮ ਨੂੰ ਬਰਸ਼ ਕਰਕੇ ਨਹੀਂ ਸੌਂਦੇ। ਨਾ ਤੁਸੀਂ, ਨਾ ਤੁਹਾਡੇ ਪੇਰੈਂਟਸ, ਨਾ ਮੈਂ, ਨਾ ਮੇਰੇ ਪੇਰੈਂਟਸ। ਪ੍ਰੋਬਲਮ ਦੇਖਣਾ ਕਿਸ ਲੈਵਲ ਤੇ। ਤਾਂ ਇਸ ਕਰਕੇ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਜੀ ਸਾਰੀਆਂ। ਤੇ ਜਿਹਨੂੰ ਤੁਸੀਂ ਕਹਿ ਰਹੇ ਜਨਰੇਸ਼ਨ ਗੈਪ, ਹਾਂ ਹੈਗਾ। ਤੇ ਇਹ ਫਿਰ ਜੇ ਆਏਂਗ ਰੱਖਣਾ ਫਿਰ ਸਦਾ ਹੀ ਰਹੂਗਾ। ਫਿਰ ਪ੍ਰੋਬਲਮ ਇਸ ਤੋਂ ਵੀ ਵਧਣੀ ਹੈ। ਫਿਰ ਓਪੀਨੀਅਨ ਬਹੁਤ ਹੋ ਜਾਣਗੇ ਲੋਕਾਂ ਦੇ, ਕਿਉਂਕਿ ਲੋਕਾਂ ਲਈ ਰੀਅਲ ਰੋਲ ਮਾਡਲ ਹੈ ਹੀ ਨਹੀਂ ਕੋਈ। ਕਿਉਂਕਿ ਡਰਾ ਕੇ ਪੜ੍ਹਾਉਣ ਦੀ ਪ੍ਰਵਿਰਤੀ ਹੈ ਨਾ ਸਿਸਟਮ 'ਚ। ਕਿਉਂਕਿ ਆਪਣੇ ਪੇਰੈਂਟਸ ਕਦੇ ਇਹ ਨਹੀਂ ਕਹਿੰਦੇ ਨਾ, ਜਿਵੇਂ ਤੁਸੀਂ ਕਿਹਾ ਕਿ ਆਹ ਗਲਤੀ ਹੋ ਗਈ, ਆਪਣੇ ਸਮਝਾਇਆ ਨਹੀਂ ਜਾਂਦਾ ਗਲਤੀ ਹੋ ਗਈ, ਥੱਪੜ ਬਹੁਤ ਨੇ ਇੱਥੇ ਹੁਣ ਕਹਿ ਕੇ। ਤਾਂ ਉਹ ਜਿਹੜੀ ਡਰਾ ਕੇ ਵੱਡੇ ਕਰਾਉਣ ਦੀ ਪ੍ਰਵਿਰਤੀ ਹੈਗੀ ਹੈ, ਤਾਂ ਉਹ ਲੈਕ ਆਫ ਨੌਲੇਜ ਆ ਐਕਚੁਅਲ 'ਚ। ਕਿ ਮੈਨੂੰ ਨੌਲੇਜ ਨਹੀਂ ਹੈਗੀ, ਤਾਂ ਐਕਸੈਪਟੈਂਸ ਪਾਵਰ ਨਹੀਂ ਨਾ ਸਿਸਟਮ 'ਚ। ਮੈਂ ਤਾਂ ਕਹਿੰਦਾ ਜਦੋਂ ਐਕਸੈਪਟੈਂਸ ਪਾਵਰ ਆ ਗਈ ਤਾਂ ਜਨਰੇਸ਼ਨ ਗੈਪ ਖਤਮ ਹੁੰਦਾ ਹੈਗਾ। ਐਕਸੈਪਟੈਂਸ ਪਾਵਰ ਹੈ ਹੀ ਨਹੀਂ ਸਿਸਟਮ 'ਚ, ਨਾ ਮੇਰੇ 'ਚ ਨਾ ਕਿਸੇ ਹੋਰ 'ਚ। ਜਦੋਂ ਐਕਸੈਪਟੈਂਸ ਪਾਵਰ ਆ ਗਈ ਤਾਂ ਇੱਕ ਚੀਜ਼ਾਂ ਖਤਮ ਹੋ ਜਾਣਗੀਆਂ। ਕਿਤੇ ਪੇਰੈਂਟਸ, ਮੈਂ ਟੀਚਰ ਇਹ ਕਹਿ ਦੇਣਾ, ਅਸੀਂ ਕਹਿ ਦਈਏ ਕਿ ਯਾਰ ਨਹੀਂ ਮੈਨੂੰ ਨਹੀਂ ਪੜ੍ਹਨਾ ਪਊਗਾ, ਮੈਨੂੰ ਨਹੀਂ ਲੱਗਦਾ ਕੋਈ ਟੀਚਰ ਕਹਿ ਦੂਗਾ। ਜਾਂ ਪੇਰੈਂਟਸ ਕਹਿ ਦੇਣਗੇ ਨਹੀਂ ਮੈਂ ਬੇਟਾ ਪੜ੍ਹ ਕੇ ਦੱਸੂਗਾ, ਤਾਂ ਫਿਰ ਉਹ ਜਦੋਂ ਇਹ ਚੀਜ਼ ਨਹੀਂ ਆਊਗੀ ਤਾਂ ਉਹ ਜਿਹੜਾ ਦਬਾਇਆ ਗਿਆ, ਉਹ 5 ਸਾਲ ਬਾਅਦ, 6 ਸਾਲ ਬਾਅਦ ਜਦੋਂ ਬੱਚੇ ਨੂੰ ਪਤਾ ਲੱਗਿਆ, 8 ਸਾਲ ਬਾਅਦ ਕਿ ਨਹੀਂ ਯਾਰ ਇਹ ਉਦੋਂ ਆਨਸਰ ਨਹੀਂ ਦਿੱਤਾ ਗਿਆ ਸੀ, ਬੈਕ ਆਫ ਦਾ ਮੈਮਰੀ ਤਾਂ ਰਹਿੰਦਾ ਹੈਗਾ ਨਾ, ਤਾਂ ਉਹ ਫਿਰ ਡਿਫਰੈਂਸ ਕ੍ਰੀਏਟ ਹੁੰਦਾ। ਫਿਰ ਉਹਨੂੰ ਆਪਾਂ ਨਾਮ ਦਿੰਦੇ ਜਨਰੇਸ਼ਨ ਗੈਪ।
ਕਿਉਂ ਜਿਹੜਾ ਐਕਚੁਅਲ ਦੇ ਵਿੱਚ ਰੀਅਲ ਹੀਰੋ ਹੈਗਾ ਉਹ ਡਿਵੈਲਪ ਨਹੀਂ ਹੋ ਪਾਉਂਦਾ ਉਹਦੀ ਲਾਈਫ 'ਚ, ਫਿਰ ਉਹ ਵਰਚੁਅਲ ਹੀਰੋ ਵੱਲ ਸ਼ਿਫਟ ਹੋ ਜਾਂਦਾ ਹੈਗਾ ਉਹ ਵੀ ਇਨਸਾਨ ਆ। ਫਿਰ ਉਹ ਗੈਪ ਕ੍ਰੀਏਟ ਹੋ ਗਿਆ, ਫਿਰ ਜਿਵੇਂ ਜਿਹੜੀ ਤੂੰ ਗੱਲਾਂ ਕਹਿਣਾ ਓਪੀਨੀਅਨ, ਫਰੀडम, ਫਿਰ ਰਿਲੇਸ਼ਨ ਡਿਸਪਿਊਟ ਫਿਰ ਹੋਊਗਾ ਕਿਸੇ ਵੀ ਰਿਲੇਸ਼ਨ 'ਚ। ਅਗਰ ਮੈਂ ਨਹੀਂ ਮੰਨਦਾ ਕਿ ਅਗਰ ਉਹਦਾ ਹੀਰੋ ਆ ਅਤੇ ਉਹਦੀ ਹੀਰੋਇਨ, ਤਾਂ ਮੈਂ ਨਹੀਂ ਮੰਨਦਾ ਕਦੇ ਕਿ ਤੁਸੀਂ ਉਸ ਰਿਲੇਸ਼ਨ ਨੂੰ ਕਦੇ ਕਾਮਯਾਬ ਹੁੰਦਾ ਨਹੀਂ ਦੇਖੋਗੇ। ਹਰ ਜਗ੍ਹਾ 'ਤੇ ਰੀਅਲ ਹੀਰੋ ਤੇ ਉਹਦੀ ਲੋੜ ਆ। ਪ੍ਰੋਬਲਮ ਇਹ ਰੀਅਲ ਹੀਰੋਜ਼ ਬਹੁਤ ਘੱਟ ਆ ਫਿਟਨੈਸ, ਈਵਨ ਫਿਟਨੈਸ ਦੇ ਮਾਮਲੇ 'ਚ ਨਹੀਂ ਹੈ, ਸਕੂਲ ਦੇ ਕੋਚ ਤੱਕ ਫਿਟ ਨਹੀਂ ਹੁੰਦੇ। ਇਹ ਸਮਝਣਾ ਪਊਗਾ, ਇਸ ਸਿਸਟਮ ਨੂੰ समझना पड़ेगा। ये सिस्टम बड़ा इंटरेस्टिंग है। ठीक है, तो मेरा लास्ट क्वेश्चन कि आप क्या इम्पोर्टेंट मैसेज देना चाहेंगे आने वाली जनरेशन को भी और जो ओल्ड जनरेशन है उनको भी? एक्सेप्टेंस पावर, मैं सिर्फ एक एक्सेप्टेंस पावर इंक्रीज होनी चाहिए हर बंदे ਦੀ, क्योंकि एक्सेप्टेंस पावर ਸਾਨੂੰ ਲਾਈਫ ਦੇ ਵਿੱਚ ਬਹੁਤ ਅੱਗੇ ਲੈ ਕੇ ਜਾਂਦੀ ਹੈ। ਐਕਸੈਪਟ ਕਰੋ ਕਿ ਉਸ ਜਨਰੇਸ਼ਨ ਕੋਲ ਇਹ ਹੈ, ਸਾਡੇ ਕੋਲ ਨਹੀਂ ਸੀ, ਅਤੇ ਜੋ ਨਹੀਂ ਹੋ ਅਸੀਂ ਦੇਣਾਗਾ, ਅਤੇ ਦੇਣਾ ਕਿਵੇਂ, ਇਹ ਬਹੁਤ ਇੰਪੋਰਟੈਂਟ। ਉਹ ਗੱਲਾਂ ਫੇਰ ਹੀ ਕੁਐਸਚਨਿੰਗ ਆਊਗੀ ਅਗਰ ਤੁਹਾਡੇ 'ਚ ਐਕਸੈਪਟੈਂਸ ਪਾਵਰ ਹੋਊਗੀ। ਜੇ ਆਪਾਂ ਮੈਂ ਕਰੀ ਚੱਲਾਂਗੇ ਕਿ ਅਸੀਂ ਐਂ ਕਰਦੇ, ਕਹਾਣੀਆਂ ਸੁਣਾਈ ਜਾਵਾਂਗੇ, ਉਹ ਕਹਾਣੀਆਂ ਸੁਣਾਉਣ ਦਾ ਕੋਈ ਤੁੱਕ ਨਹੀਂ ਗਾ। ਕਹਾਣੀ ਦਾ ਹਿਸਟਰੀ 'ਚ ਬਹੁਤ ਪੜ੍ਹੀਆਂ, ਆਪਣੇ 'ਤੇ ਕੋਈ ਫਰਕ ਪਿਆ ਅੱਜ ਤੱਕ ਨਹੀਂ ਨਾ। ਐਕਸੈਪਟੈਂਸ ਪਾਵਰ ਨੂੰ ਇਨਕਰੀਜ਼ ਕਰਨਾ ਪਊਗਾ ਸਿਸਟਮ, ਬਹੁਤ ਵੱਡੇ ਲੈਵਲ। तो थैंक यू सर, इट वॉज रियली एन अमेजिंग सेशन एंड आई होप कि आपको ये मैसेज ज़रूर हमारी ऑडियंस तक पहुँचेगा एंड कुछ चेंज भी आएगा। अच्छा, थैंक यू सो मच। ओके।